ਪਹਿਲਾਂ ਆਪਣੀ ਜ਼ਰੂਰਤ ਅਨੁਸਾਰ ਭੋਜਨ ਕਰ ਲੈਣਾ ਚਾਹੀਦਾ ਹੈ, ਫਿਰ ਬਾਕੀ ਬਚਿਆ ਹੋਇਆ ਭੋਜਨ ਦੂਜਿਆਂ ਨੂੰ ਵੰਡਣਾ ਚਾਹੀਦਾ ਹੈ। ਇਸੇ ਤਰ੍ਹਾਂ ਮਨੁੱਖ ਨੂੰ ਪਹਿਲਾਂ ਖੁਦ ਗਿਆਨ ਪ੍ਰਾਪਤ ਕਰਨਾ ਚਾਹੀਦਾ ਹੈ, ਫਿਰ ਉਹ ਗਿਆਨ ਦੂਜਿਆਂ ਨੂੰ ਦੇਣਾ ਚਾਹੀਦਾ ਹੈ। ਜੋ ਤੈਰਨਾ ਜਾਣਦਾ ਹੈ ਉਸ ਨੂੰ ਦੂਜਿਆਂ ਨੂੰ ਡੁੱਬਣ ਨਹੀਂ ਦੇਣਾ ਚਾਹੀਦਾ। ਪਹਿਲਾਂ ਖੁਦ ਚੰਗੇ ਗੁਣ ਧਾਰਨ ਕਰਨੇ ਚਾਹੀਦੇ ਹਨ, ਫਿਰ ਉਹਨਾਂ ਗੁਣਾਂ ਨੂੰ ਦੂਜਿਆਂ ਨੂੰ ਸਿਖਾਉਣਾ ਚਾਹੀਦਾ ਹੈ। ਸਮਰਥ ਗੁਰੂ ਰਾਮਦਾਸ। ਸੰਸਾਰਿਕ ਵਿਵਹਾਰ ਵਿੱਚ ਸਾਨੂੰ ਬਿਨਾਂ ਕਾਰਨ ਕਿਸੇ ਦਾ ਨੁਕਸਾਨ ਨਹੀਂ ਕਰਨਾ ਚਾਹੀਦਾ। ਜਿੰਨਾ ਹੋ ਸਕੇ ਸਮਝੌਤਾ ਅਤੇ ਮੇਲ ਮਿਲਾਪ ਦੀ ਨੀਤੀ ਤੋਂ ਹੀ ਕੰਮ ਕਰਨਾ ਚਾਹੀਦਾ ਹੈ। ਲੜਨਾ ਉਦੋਂ ਹੀ ਚਾਹੀਦਾ ਹੈ ਜਦੋਂ ਕੋਈ ਨੀਚ ਜਾਂ ਸਵਾਰਥੀ ਵਿਅਕਤੀ ਦੁਸ਼ਟਤਾ ਕਰਨ ਤੇ ਉਤਾਰੂ ਹੋ ਜਾਵੇ। ਸਮਰਥ ਗੁਰੂ ਰਾਮਦਾਸ। ਪੁਸਤਕ ਦਾ ਨਾਮ ਭਗਤੀ ਅਤੇ ਸ਼ਕਤੀ ਦੇ ਸੰਯੋਜਕ ਗੁਰੂ ਰਾਮਦਾਸ। ਪੁਸਤਕ ਦੀ ਜਾਣਕਾਰੀ। ਲੰਮੇ ਸਮੇਂ ਤੋਂ ਭਾਰਤੀ ਲੋਕ ਧਰਮ ਦੇ ਮੂਲ ਸਰੂਪ ਨੂੰ ਭੁੱਲ ਕੇ ਉਸ ਨੂੰ ਆਮ ਜੀਵਨ ਨਾਲੋਂ ਵੱਖਰਾ ਸਮਝਣ ਲੱਗ ਪਏ ਸਨ, ਜਿਸ ਕਾਰਨ ਲੋਕ ਪੂਜਾ ਪਾਠ ਕਰਦੇ ਹੋਏ ਵੀ ਸਮਾਜਿਕ ਅਤੇ ਰਾਸ਼ਟਰੀ ਵਿਵਹਾਰ ਵਿੱਚ ਉਲਟ ਆਚਰਣ ਕਰਨ ਲੱਗ ਪਏ ਸਨ। ਉਦਾਹਰਣ ਵਜੋਂ, ਜਿਨ੍ਹਾਂ ਲੋਕਾਂ ਨੇ ਆਪਣੇ ਕਿਸੇ ਸਵਾਰਥ ਕਾਰਨ ਵਿਦੇਸ਼ੀ ਹਮਲਾਵਰਾਂ ਨੂੰ ਬੁਲਾ ਕੇ ਜਾਂ ਉਹਨਾਂ ਦੇ ਸਹਿਯੋਗ ਨਾਲ ਦੇਸ਼ ਨੂੰ ਗੁਲਾਮ ਬਣਾਇਆ, ਲੋਕਾਂ ਤੇ ਜ਼ੁਲਮ ਕੀਤੇ, ਜਾਇਦਾਦਾਂ ਲੁੱਟੀਆਂ, ਉਹਨਾਂ ਨੂੰ ਕਿਸੇ ਨੇ ਅਧਰਮੀ ਨਹੀਂ ਕਿਹਾ। ਕਾਰਨ ਇਹ ਹੈ ਕਿ ਇਹਨਾਂ ਸਮਾਜ ਵਿਰੋਧੀ ਕੰਮ ਕਰਦੇ ਹੋਏ ਵੀ ਉਹ ਚੰਗੀ ਤਰ੍ਹਾਂ ਪੂਜਾ ਪਾਠ, ਦਾਨ ਦਖਨਾ, ਤੀਰਥ ਯਾਤਰਾ ਆਦਿ ਦਾ, ਜਿਨ੍ਹਾਂ ਨੂੰ ਲੋਕ ਧਰਮ ਕਰਮ ਦੇ ਨਾਂ ਤੋਂ ਪੁਕਾਰਦੇ ਹਨ, ਪਾਲਣਾ ਕਰਦੇ ਰਹਿੰਦੇ ਸਨ। ਸਮਰਥ ਗੁਰੂ ਰਾਮਦਾਸ ਜੀ ਨੇ ਧਾਰਮਿਕ ਭਾਵਨਾ ਦੀ ਇਸ ਗਲਤੀ ਨੂੰ ਅਨੁਭਵ ਕੀਤਾ ਅਤੇ ਆਪਣੇ ਪ੍ਰਵਚਨਾਂ ਅਤੇ ਉਪਦੇਸ਼ਾਂ ਵਿੱਚ ਇਹ ਦਰਸਾਇਆ ਕਿ ਸਿਰਫ ਧਰਮ ਅਤੇ ਅਧਿਆਤਮ ਦੀ ਚਰਚਾ ਕਰਨ ਦਾ ਕੋਈ ਮਹੱਤਵ ਨਹੀਂ। ਸਿਰਫ ਚਰਚਾ ਕਰਨ ਨਾਲ ਕੋਈ ਗੱਲ ਧਰਮ ਨਹੀਂ ਬਣ ਜਾਂਦੀ। ਇਸ ਲਈ ਉਹਨਾਂ ਨੇ ਲੋਕਾਂ ਵਿੱਚ ਧਰਮ ਦੇ ਜਿੰਨਾ ਸਿਧਾਂਤਾਂ ਦਾ ਪ੍ਰਚਾਰ ਕੀਤਾ ਅਤੇ ਉਸ ਅਨੁਸਾਰ ਆਚਰਣ ਅਤੇ ਲੋਕ ਵਿਵਹਾਰ ਕਰਨ ਉੱਤੇ ਵੀ ਜ਼ੋਰ ਦਿੱਤਾ। ਸਮਰਥ ਗੁਰੂ ਦਾ ਮੁੱਖ ਉਦੇਸ਼ ਆਪਣੇ ਰਾਸ਼ਟਰ ਨੂੰ ਮਜ਼ਬੂਤ ਅਤੇ ਦ੍ਰਿੜ ਬਣਾਉਣਾ ਸੀ। ਇਸ ਲਈ ਉਹਨਾਂ ਨੇ ਧਰਮ ਦੇ ਨਾਲ ਲੋਕਾਂ ਨੂੰ ਰਾਜਨੀਤੀ ਦਾ ਵੀ ਉਪਦੇਸ਼ ਦਿੱਤਾ। ਸਵਾਮੀ ਰਾਮਦਾਸ ਜੰਗਲ ਵਿੱਚ ਕਿਉਂ ਭੱਜ ਗਏ ਸਨ? ਉਹਨਾਂ ਨੇ ਭਿਕਸ਼ਾ ਦੀ ਸਰਾਹਨਾ ਕਿਉਂ ਕੀਤੀ? ਰਾਮਦਾਸੀ ਮੱਠ ਕੀ ਹੈ ਅਤੇ ਕਿੰਨਾਂ ਉਦੇਸ਼ਾਂ ਲਈ ਇਸ ਦੀ ਸਥਾਪਨਾ ਹੋਈ? ਸਵਾਮੀ ਰਾਮਦਾਸ ਨੇ ਆਪਣੀ ਮਾਤਾ ਨੂੰ ਆਤਮ ਗਿਆਨ ਕਿਉਂ ਸੁਣਾਇਆ? ਗ੍ਰਹਿਸਥ ਅਤੇ ਸਾਧੂ ਦੇ ਜੀਵਨ ਦਾ ਕੀ ਉਦੇਸ਼ ਹੁੰਦਾ ਹੈ? ਮਹੰਤ ਕੌਣ ਹੈ? ਇੱਕ ਰਾਜੇ ਵਿੱਚ ਕੀ ਗੁਣ ਹੋਣੇ ਚਾਹੀਦੇ ਹਨ? ਸਵਾਮੀ ਜੀ ਨੇ ਸ਼ਿਵਾਜੀ ਦਾ ਹੰਕਾਰ ਤੋੜਿਆ। ਇਹਨਾਂ ਸਾਰੇ ਪ੍ਰਸ਼ਨਾਂ ਦਾ ਉੱਤਰ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੈ ਪੁਸਤਕ, ਜੋ ਸਾਨੂੰ ਸਮਰਥ ਗੁਰੂ ਰਾਮਦਾਸ ਜੀ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਤੋਂ ਜਾਣੂ ਕਰਵਾਉਂਦੀ ਹੈ, ਜਿਨ੍ਹਾਂ ਨੇ ਭਾਰਤੀ ਸਮਾਜ ਨੂੰ ਸੁਚੇਤ ਕਰਕੇ ਆਪਣਾ ਨਿਆਂ ਅਨੁਕੂਲ ਹੱਕ ਪ੍ਰਾਪਤ ਕਰਨ ਦੇ ਲਈ ਅਨੇਕਾਂ ਤਰ੍ਹਾਂ ਤੋਂ ਪ੍ਰੇਰਿਤ ਕੀਤਾ। ਪੁਸਤਕ ਦੇ ਕੁਝ ਅੰਸ਼ ਅਵਸਥਾ ਵਿੱਚ ਸੰਯਮ, ਨਿਯਮ, ਬ੍ਰਹਮਚਰਿਆ, ਤਪੱਸਿਆ ਦਾ ਜੀਵਨ ਬਤੀਤ ਕਰਨਾ ਚਾਹੀਦਾ ਹੈ, ਜਿਸ ਤੋਂ ਆਉਣ ਵਾਲੇ ਜੀਵਨ ਵਿੱਚ ਸੰਸਾਰਿਕ ਮੁਸ਼ਕਲਾਂ ਦਾ ਚੰਗੀ ਤਰ੍ਹਾਂ ਸਾਹਮਣਾ ਕੀਤਾ ਜਾ ਸਕੇ। ਮਨੁੱਖ ਭਾਵੇਂ ਜਿੰਨਾ ਵੀ ਵੱਡਾ ਗਿਆਨੀ ਬਣ ਜਾਵੇ, ਉਸਦੇ ਲਈ ਭਾਵੇਂ ਕਰਮ ਅਕਰਮ ਵਿੱਚ ਕੋਈ ਭੇਦਾ ਨਾ ਰਹੇ, ਪਰ ਦੁਨਿਆਵੀ ਫਰਜ਼ਾਂ ਦਾ ਤਿਆਗ ਨਹੀਂ ਕਰਨਾ ਚਾਹੀਦਾ। ਜੋ ਇਕਾਂਤ ਵਿੱਚ ਰਹਿ ਕੇ ਵਿਚਾਰ ਕਰਦਾ ਹੈ, ਚੰਗੇ ਗ੍ਰੰਥਾਂ ਦਾ ਅਧਿਐਨ ਕਰਦਾ ਹੈ, ਮਨ ਦੇ ਗੁਣ ਅਰਥਾਂ ਨੂੰ ਸਮਝਦਾ ਹੈ ਅਤੇ ਪਹਿਲਾਂ ਖੁਦ ਕੁਝ ਸਿੱਖ ਕੇ ਦੂਜਿਆਂ ਨੂੰ ਸਿਖਾਉਂਦਾ ਹੈ, ਉਹ ਮਹੰਤ ਦੀ ਉੱਚ ਪਦਵੀ ਪ੍ਰਾਪਤ ਕਰਦਾ ਹੈ ਅਤੇ ਵਿਵੇਕ ਦੇ ਸਹਾਰੇ ਸੰਸਾਰਕ ਕਸ਼ਟਾਂ ਅਤੇ ਝਗੜਿਆਂ ਵਿੱਚ ਉਲਝੇ ਲੋਕਾਂ ਦਾ ਕਲਿਆਣ ਕਰਦਾ ਹੈ। ਸਾਧੂ ਦੀ ਉਪਾਧੀ ਨਿਸੰਦੇਹ ਬਹੁਤ ਉੱਚੀ ਹੈ ਅਤੇ ਉਸ ਦਾ ਅਰਥ ਸੰਸਾਰ ਦੇ ਭਲੇ ਲਈ ਆਤਮ ਤਿਆਗ ਕਰਨਾ ਹੀ ਹੈ। ਸਮਾਜ ਵਿੱਚ ਰਹਿਣ ਵਾਲੇ ਵਿਅਕਤੀਆਂ ਨੂੰ ਆਪਣਾ ਆਚਰਣ ਇਸ ਤਰ੍ਹਾਂ ਦਾ ਰੱਖਣਾ ਚਾਹੀਦਾ ਹੈ ਕਿ ਜਿਸ ਨਾਲ ਆਪਣੀ ਤਰੱਕੀ ਅਤੇ ਭਲਾਈ ਦੇ ਨਾਲ ਸਮਾਜ ਦਾ ਵੀ ਭਲਾ ਹੋਵੇ। ਜੋ ਵਿਅਕਤੀ ਸਿਰਫ ਆਪਣੇ ਧਿਆਨ ਰੱਖਦੇ ਹਨ ਅਤੇ ਆਪਣੇ ਫਾਇਦੇ ਲਈ ਦੂਜਿਆਂ ਦਾ ਨੁਕਸਾਨ ਕਰਨ ਵਿੱਚ ਸੰਕੋਚ ਨਹੀਂ ਕਰਦੇ, ਉਹਨਾਂ ਨੂੰ ਸਮਾਜ ਦਾ ਦੁਸ਼ਮਣ ਹੀ ਸਮਝਣਾ ਚਾਹੀਦਾ ਹੈ। ਅਨੇਕਾਂ ਵਰਨਾਂ ਅਤੇ ਆਸ਼ਰਮਾਂ ਦੀ ਮੂਲ ਗ੍ਰਹਿਸਥ ਆਸ਼ਰਮ ਹੀ ਹੈ, ਜਿਸ ਵਿੱਚ ਤਿੰਨਾਂ ਲੋਕਾਂ ਦੇ ਜੀਵਾਂ ਨੂੰ ਆਰਾਮ ਮਿਲਦਾ ਹੈ। ਦੇਵ ਰਿਸ਼ੀ, ਮੁਨੀ, ਯੋਗੀ, ਤਪਸਵੀ, ਤਿਆਗੀ, ਪਿਤਰ ਆਦਿ ਮਹਿਮਾਨ ਸਾਰੇ ਇਸ ਗ੍ਰਹਿਸਥ ਆਸ਼ਰਮ ਤੋਂ ਹੀ ਪੈਦਾ ਹੁੰਦੇ ਹਨ। ਭਾਵੇਂ ਇਹ ਲੋਕ ਆਪਣਾ ਘਰ-ਬਾਰ ਛੱਡ ਕੇ ਚਲੇ ਜਾਂਦੇ ਹਨ, ਪਰ ਫਿਰ ਵੀ ਇਹ ਆਸਰਾ ਲੈਣ ਦੇ ਲਈ ਘਰਾਂ ਵਿੱਚ ਹੀ ਘੁੰਮਦੇ ਹਨ। ਇਸ ਲਈ ਗ੍ਰਹਿਸਥ ਆਸ਼ਰਮ ਹੀ ਦੇਵ ਆਸ਼ਰਮ ਤੋਂ ਵੱਧ ਕੇ ਹੈ। ਫਿਰ ਵੀ ਇਸ ਆਸ਼ਰਮ ਵਿੱਚ ਰਹਿ ਕੇ ਆਪਣੇ ਫਰਜ਼ਾਂ ਦੀ ਪਾਲਣਾ ਅਤੇ ਸਾਰੇ ਪ੍ਰਾਣੀਆਂ ਦਾ ਭਲਾ ਕਰਨਾ ਚਾਹੀਦਾ ਹੈ। ਪੁਸਤਕ ਦੇ ਕੁਝ ਬਿੰਦੂ। ਵਿਦੇਸ਼ੀ ਰਾਜ ਵਿੱਚ ਹਿੰਦੂ ਧਰਮ ਵਿੱਚ ਵਿਗਾੜ, ਵਿਆਹ ਦਾ ਤਿਆਗ ਅਤੇ ਗ੍ਰਹਿ ਯੋਗ, ਪੰਚਵਟੀ ਵਿੱਚ ਸਾਧਨਾ, ਦੇਸ਼ ਵਿੱਚ ਘੁੰਮਣਾ ਅਤੇ ਸਮਾਜਿਕ ਸਥਿਤੀ ਦਾ ਨਿਰੀਖਣ, ਸਮਾਜਿਕ ਫਰਜ਼ਾਂ ਦੀ ਪਾਲਣਾ, ਅਧਿਆਤਮਵਾਦ ਦਾ ਸਮਰਥਨ।